ਪਿਆਰੇ ਵਿਦਿਆਰਥੀਓ, ਸਤਿ ਸ਼੍ਰੀ ਅਕਾਲ। ਸੋ ਅੱਜ ਅਸੀਂ ਕੰਪਿਊਟਰ ਸਾਇੰਸ ਜਮਾਤ 6ਵੀਂ ਦੇ ਪਾਠ 2 ਕੰਪਿਊਟਰ ਦੇ ਭਾਗ ਲੈ ਕੇ ਹਾਜ਼ਰ ਹੋਏ ਹਾਂ। ਸੋ ਨਵੇਂ ਸਿਲੇਬਸ ਦੇ ਮੁਤਾਬਕ ਅਸੀਂ ਹੁਣ ਇਸ ਪਾਠ 2 ਬਾਰੇ ਜਾਣਾਂਗੇ, ਜਿਸ ਵਿੱਚ ਸਾਡੇ ਕੋਲ ਸਭ ਤੋਂ ਪਹਿਲਾਂ ਹੈ ਪਾਠ ਦੇ ਉਦੇਸ਼, ਜਿਸ ਵਿੱਚ ਅਸੀਂ ਹੇਠ ਲਿਖੇ ਜਿਹੜੇ ਵਿਸ਼ੇ ਉਹ ਪੜ੍ਹਾਂਗੇ। ਜਿਸ ਵਿੱਚ ਸਾਡੇ ਕੋਲ ਪਹਿਲਾ ਹੈ ਕੰਪਿਊਟਰ ਸਿਸਟਮ ਦੇ ਮੁੱਖ ਭਾਗਾਂ ਨਾਲ ਜਾਣ ਪਛਾਣ। ਦੂਸਰਾ ਹੈ ਕੰਪਿਊਟਰ ਦਾ ਬਲਾਕ ਚਿੱਤਰ, ਕੰਪਿਊਟਰ ਮੈਮਰੀ ਦੀਆਂ ਕਿਸਮਾਂ, ਕੰਪਿਊਟਰ ਦੀਆਂ ਕਿਸਮਾਂ। ਇਹ ਚਾਰ ਜਿਹੜੇ ਵਿਸ਼ੇ ਹੈ ਉਹਨਾਂ ਨੂੰ ਅਸੀਂ ਇਸ ਪੂਰੀ ਵੀਡੀਓ ਦੇ ਦੌਰਾਨ ਕਵਰ ਕਰਾਂਗੇ ਅਤੇ ਇਸ ਪਾਠ ਦੇ ਅਖੀਰ ਦੇ ਵਿੱਚ ਇਸ ਪਾਠ ਦਾ ਜਿਹੜਾ ਅਭਿਆਸ ਹੈ ਉਹ ਕਵਰ ਕੀਤਾ ਗਿਆ ਹੈ। ਸਭ ਤੋਂ ਪਹਿਲਾਂ ਅਸੀਂ ਕੰਪਿਊਟਰ ਭਾਗਾਂ ਦੇ ਮੁੱਖ ਭਾਗਾਂ ਨਾਲ ਜਾਣ ਪਛਾਣ ਬਾਰੇ ਜਾਣ ਲੈਂਦੇ ਹਾਂ। ਸੋ ਇਸ ਪਾਠ ਵਿੱਚ ਅਸੀਂ ਕੰਪਿਊਟਰ ਦੇ ਭਾਗਾਂ ਬਾਰੇ ਜਾਣਕਾਰੀ ਹਾਸਲ ਕਰਾਂਗੇ। ਸਭ ਤੋਂ ਪਹਿਲਾਂ ਅਸੀਂ ਕੰਪਿਊਟਰ ਦੇ ਮੁੱਢਲੇ ਇਨਪੁਟ ਆਊਟਪੁੱਟ ਯੰਤਰਾਂ ਨਾਲ ਜਾਣ ਪਛਾਣ ਕਰਦੇ ਹਾਂ। ਸੋ ਤੁਸੀਂ ਸਭ ਤੋਂ ਪਹਿਲਾਂ ਅਸੀਂ ਮੁੱਢਲੇ ਇਨਪੁਟ ਆਊਟਪੁੱਟ ਯੰਤਰਾਂ ਬਾਰੇ ਪੜ੍ਹਾਂਗੇ। ਸੋ ਮੁੱਢਲੇ ਇਨਪੁਟ ਆਊਟਪੁੱਟ ਯੰਤਰ ਉਹ ਉਪਕਰਨ ਹੁੰਦੇ ਹਨ ਜੋ ਕੰਪਿਊਟਰ ਨੂੰ ਚਲਾਉਣ ਲਈ ਜ਼ਰੂਰੀ ਹੁੰਦੇ ਹਨ। ਸੋ ਜਿਵੇਂ ਕਿ ਤੁਸੀਂ ਹੇਠਾਂ ਦੇਖ ਪਾ ਰਹੇ ਹੋ, ਤੇ ਹੇਠਾਂ ਚਿੱਤਰ ਵਿੱਚ ਜਿਹੜਾ ਕੀਬੋਰਡ ਅਤੇ ਮਾਊਸ ਇਨਪੁਟ ਉਪਕਰਨ ਦੀਆਂ ਉਦਾਹਰਨਾਂ ਹਨ। ਇਹ ਦੋਵੇਂ ਉਪਕਰਨ ਕੰਪਿਊਟਰ ਚਲਾਉਣ ਲਈ ਲਾਜ਼ਮੀ ਹੁੰਦੇ ਹਨ। ਜੇਕਰ ਕੰਪਿਊਟਰ ਨਾਲ ਕੀਬੋਰਡ ਨਾ ਜੋੜਿਆ ਗਿਆ ਹੋਵੇ ਤਾਂ ਕੰਪਿਊਟਰ ਇਸ ਸੰਬੰਧੀ ਸਕਰੀਨ 'ਤੇ ਇੱਕ ਮੈਸੇਜ ਵੀ ਦਿੰਦਾ ਹੈ। ਸੋ ਕੀਬੋਰਡ ਇੱਕ ਕਰੈਕਟਰ ਇਨਪੁਟ ਉਪਕਰਨ ਹੁੰਦਾ ਹੈ ਅਤੇ ਦੂਸਰਾ ਸਾਡੇ ਕੋਲ ਹੈ ਮਾਊਸ ਇੱਕ ਪੁਆਇੰਟਿੰਗ ਉਪਕਰਨ ਹੈ। ਸੋ ਮਾਊਸ ਦੀ ਵਰਤੋਂ ਅਸੀਂ ਸਕਰੀਨ 'ਤੇ ਇਸ ਨੂੰ ਸਰਕਾ ਕੇ ਕਿਸੇ ਵੀ ਆਪਸ਼ਨ ਨੂੰ ਜਾਂ ਕਿਸੇ ਵੀ ਆਈਕਨ 'ਤੇ ਕਲਿੱਕ ਕਰਕੇ ਉਸ ਐਪਲੀਕੇਸ਼ਨ ਨੂੰ ਓਪਨ ਲਈ ਕੱਢਦੇ ਹਾਂ। ਉਸ ਤੋਂ ਬਾਅਦ ਸਾਡੇ ਕੋਲ ਕੀਬੋਰਡ ਅਤੇ ਮਾਊਸ ਤੋਂ ਬਾਅਦ ਸਾਡੇ ਕੋਲ ਹੈ ਮੋਨੀਟਰ, ਜਿਸ ਨੂੰ ਅਸੀਂ LCD ਵੀ ਕਹਿੰਦੇ ਹਾਂ। ਤਾਂ ਮੋਨੀਟਰ ਇੱਕ ਮੁੱਢਲਾ ਆਊਟਪੁੱਟ ਉਪਕਰਨ ਹੁੰਦਾ ਹੈ। ਸੋ ਇਹਨਾਂ ਦੋਵਾਂ ਵਿੱਚੋਂ ਕੋਈ ਵੀ ਇੱਕ ਕੰਪਿਊਟਰ ਨਾਲ ਲੱਗਿਆ ਹੋਣਾ ਜ਼ਰੂਰੀ ਹੁੰਦਾ ਹੈ। ਚਾਹੇ ਤੁਸੀਂ ਮੋਨੀਟਰ ਲਗਾ ਦਿਓ, ਚਾਹੇ ਤੁਸੀਂ LCD ਲਗਾ ਦਿਓ ਜਾਂ LED ਲਗਾ ਦਿਓ। ਉਸ ਤੋਂ ਬਾਅਦ ਤੁਸੀਂ ਇਹ ਸਾਰੇ ਜਿਹੜੇ ਮੁੱਢਲੇ ਇਨਪੁਟ ਆਊਟਪੁੱਟ ਯੰਤਰ ਕੰਪਿਊਟਰ ਦੇ ਬਹੁਤ ਮਹੱਤਵਪੂਰਨ ਭਾਗ ਹੁੰਦੇ ਹਨ। ਲਾਸਟ ਸਾਡੇ ਕੋਲ ਹੈ CPU। ਜਿਹੜਾ CPU ਹੈ, CPU ਤੁਹਾਡੇ ਕੰਪਿਊਟਰ ਸਿਸਟਮ ਦੇ ਸਾਰੇ ਜਿਹੜੇ ਯੰਤਰ ਹੈ ਉਹਨਾਂ ਨੂੰ ਕੰਟਰੋਲ ਕਰਨ ਲਈ CPU ਵਰਤਿਆ ਜਾਂਦਾ ਹੈ। ਸੋ ਅੱਗੇ ਹੁਣ ਅਸੀਂ ਦੇਖਾਂਗੇ ਵੀ ਕੰਪਿਊਟਰ ਕਿਵੇਂ ਕੰਮ ਕਰਦਾ ਹੈ। ਸੋ ਕੰਪਿਊਟਰ ਵਿੱਚ ਪ੍ਰੋਸੈਸਿੰਗ ਕਰਨ ਦਾ ਕ੍ਰਮ ਕੰਪਿਊਟਰ ਦਾ ਪ੍ਰੋਸੈਸਿੰਗ ਚੱਕਰ ਅਖਵਾਉਂਦਾ ਹੈ। ਜਿਵੇਂ ਕਿ ਤੁਸੀਂ ਦੇਖ ਪਾ ਰਹੇ ਹੋ, ਇਸ ਪ੍ਰੋਸੈਸਿੰਗ ਚੱਕਰ ਦੇ 3 ਹਿੱਸੇ ਹੁੰਦੇ ਹਨ: ਇਨਪੁਟ, ਪ੍ਰੋਸੈਸ ਅਤੇ ਆਊਟਪੁੱਟ। ਹੁਣ ਅਸੀਂ ਕੰਪਿਊਟਰ ਦੀ ਜੇਕਰ ਗੱਲ ਕਰੀਏ ਤਾਂ ਕੰਪਿਊਟਰ ਮੁੱਖ ਤੌਰ 'ਤੇ ਮੁੱਢਲੀਆਂ 5 ਗਤੀਵਿਧੀਆਂ ਕਰਦਾ ਹੈ, ਜਿਸ ਵਿੱਚ ਪਹਿਲੀ ਹੈ ਇਹ ਇਨਪੁਟ ਰਾਹੀਂ ਡਾਟਾ ਅਤੇ ਹਦਾਇਤਾਂ ਸਵੀਕਾਰ ਕਰਦਾ ਹੈ। ਦੂਸਰਾ ਹੈ ਇਹ ਡਾਟਾ ਸਟੋਰ ਕਰਦਾ ਹੈ। ਤੀਸਰਾ ਇਹ ਯੂਜ਼ਰ ਦੀ ਜ਼ਰੂਰਤ ਅਨੁਸਾਰ ਡਾਟਾ ਨੂੰ ਪ੍ਰੋਸੈਸ ਕਰਦਾ ਹੈ। ਚੌਥਾ ਇਹ ਸਾਨੂੰ ਆਊਟਪੁੱਟ ਦੇ ਰੂਪ ਵਿੱਚ ਨਤੀਜਾ ਦਿੰਦਾ ਹੈ। ਅਤੇ ਲਾਸਟ ਹੈ ਇਹ ਕੰਪਿਊਟਰ ਦੀਆਂ ਅੰਦਰੂਨੀ ਗਤੀਵਿਧੀਆਂ 'ਤੇ ਵੀ ਕੰਟਰੋਲ ਰੱਖਦਾ ਹੈ। ਸੋ ਪ੍ਰੋਸੈਸਿੰਗ ਚੱਕਰ ਵਿੱਚ ਸਭ ਤੋਂ ਪਹਿਲਾਂ ਅਸੀਂ ਪ੍ਰੋਸੈਸਿੰਗ ਚੱਕਰ ਦਾ ਸਭ ਤੋਂ ਪਹਿਲਾ ਭਾਗ ਹੈ ਸਾਡੇ ਕੋਲ ਇਨਪੁਟ। ਸੋ ਜਿਵੇਂ ਕਿ ਤੁਸੀਂ ਦੇਖ ਪਾ ਰਹੇ ਹੋ, ਕੰਪਿਊਟਰ ਨੂੰ ਭੇਜੀ ਜਾਣ ਵਾਲੀ ਕਮਾਂਡ ਜਾਂ ਡਾਟਾ ਨੂੰ ਇਨਪੁਟ ਕਿਹਾ ਜਾਂਦਾ ਹੈ। ਸੋ ਕੰਪਿਊਟਰ ਦੇ ਪ੍ਰੋਸੈਸਿੰਗ ਚੱਕਰ ਦਾ ਇਹ ਭਾਗ ਡਾਟਾ ਅਤੇ ਹਦਾਇਤਾਂ ਨੂੰ ਕੰਪਿਊਟਰ ਦੁਆਰਾ ਪ੍ਰਾਪਤ ਕਰਨ ਨਾਲ ਸੰਬੰਧਿਤ ਹੁੰਦਾ ਹੈ। ਸੋ ਜਿਵੇਂ ਕਿ ਅਸੀਂ ਹੁਣ ਤੱਕ ਪੜ੍ਹਿਆ ਹੈ ਕਿ ਕੰਪਿਊਟਰ ਕੀ ਹੈ, ਇੱਕ ਇਲੈਕਟ੍ਰੋਨਿਕ ਮਸ਼ੀਨ ਹੈ ਅਤੇ ਕੰਪਿਊਟਰ ਸਿਸਟਮ ਵਿੱਚ ਸਾਰੀਆਂ ਹਦਾਇਤਾਂ ਬਿਜਲੀ ਦੇ ਇੱਕ ਸਿਗਨਲ ਦੇ ਰੂਪ ਵਿੱਚ ਹੀ ਪ੍ਰੋਸੈਸ ਹੁੰਦੀਆਂ ਹਨ। ਸੋ ਡਾਟਾ ਪ੍ਰੋਸੈਸਿੰਗ ਦੀ ਇਹ ਕਿਸਮ ਮਨੁੱਖ ਦੁਆਰਾ ਕਿਸੇ ਕੰਮ ਨੂੰ ਕਰਨ ਦੇ ਢੰਗ ਤੋਂ ਬਹੁਤ ਅਲੱਗ ਹੁੰਦੀ ਹੈ। ਸੋ ਕੰਪਿਊਟਰ 'ਤੇ ਕੰਮ ਕਰਨ ਲਈ ਮਨੁੱਖ ਦੁਆਰਾ ਸਮਝੀ ਜਾ ਸਕਣ ਵਾਲੀ ਭਾਸ਼ਾ ਨੂੰ ਕੰਪਿਊਟਰ ਵਿੱਚ ਚੱਲਣ ਵਾਲੇ ਬਿਜਲੀ ਦੇ ਸਿਗਨਲ ਵਿੱਚ ਤਬਦੀਲ ਕਰਨਾ ਲਾਜ਼ਮੀ ਹੁੰਦਾ ਹੈ। ਇਸ ਤਰ੍ਹਾਂ ਦੀ ਤਬਦੀਲੀ ਇਨਪੁਟ ਉਪਕਰਨਾਂ ਦੁਆਰਾ ਕੀਤੀ ਜਾਂਦੀ ਹੈ। ਹਰੇਕ ਵੱਖਰੇ ਕਿਸਮ ਦੇ ਡਾਟੇ ਲਈ ਵੱਖਰਾ ਉਪਕਰਨ ਪ੍ਰਯੋਗ ਕੀਤਾ ਜਾਂਦਾ ਹੈ। ਉਦਾਹਰਨ ਲਈ ਕੀਬੋਰਡ ਦੀ ਵਰਤੋਂ ਟੈਕਸਟ ਡਾਟਾ ਐਂਟਰ ਕਰਨ ਲਈ ਅਤੇ ਮਾਊਸ ਦੀ ਵਰਤੋਂ ਸਕਰੀਨ ਤੋਂ ਕਿਸੇ ਖਾਸ ਥਾਂ ਨੂੰ ਦਰਸਾਉਣ ਲਈ ਜਾਂ ਕੋਈ ਵੀ ਚਿੱਤਰ ਬਣਾਉਣ ਲਈ ਕੀਤੀ ਜਾਂਦੀ ਹੈ। ਉਸੇ ਤਰ੍ਹਾਂ ਜੇਕਰ ਅਸੀਂ ਮਾਈਕ ਦੀ ਗੱਲ ਕਰੀਏ ਤਾਂ ਮਾਈਕ ਦੀ ਵਰਤੋਂ
ਆਵਾਜ਼ ਨੂੰ ਰਿਕਾਰਡ ਕਰਨ ਲਈ ਕੀਤੀ ਜਾਂਦੀ ਹੈ। ਉਸ ਤੋਂ ਬਾਅਦ ਸਾਡੇ ਕੋਲ ਦੂਸਰਾ ਇਸ ਦਾ ਪ੍ਰੋਸੈਸਿੰਗ ਦਾ ਚੱਕਰ ਦਾ ਦੂਸਰਾ ਭਾਗ ਹੈ ਪ੍ਰੋਸੈਸਿੰਗ। ਸੋ ਪ੍ਰੋਸੈਸਿੰਗ ਕੰਪਿਊਟਰ ਵੱਲੋਂ ਹਾਰਡਵੇਅਰ ਅਤੇ ਸੌਫਟਵੇਅਰ ਦੀਆਂ ਸਹਾਇਤਾ ਨਾਲ ਕੀਤੀ ਜਾਣ ਵਾਲੀ ਪ੍ਰਕਿਰਿਆ ਜਾਂ ਪ੍ਰੋਸੈਸਿੰਗ, ਜਿਸ ਦੇ ਕਰਕੇ ਅਸੀਂ ਨਤੀਜਾ ਪ੍ਰਾਪਤ ਕਰਦੇ ਹਾਂ, ਉਸ ਪ੍ਰਕਿਰਿਆ ਨੂੰ ਪ੍ਰੋਸੈਸਿੰਗ ਕਿਹਾ ਜਾਂਦਾ ਹੈ। ਸੋ ਇਨਪੁਟ ਕੀਤੀਆਂ ਹਦਾਇਤਾਂ ਨੂੰ ਦਿੱਤੇ ਗਏ ਡਾਟਾ ਉੱਪਰ ਲਾਗੂ ਕਰਨ ਨੂੰ ਹੀ ਪ੍ਰੋਸੈਸਿੰਗ ਕਿਹਾ ਜਾਂਦਾ ਹੈ। ਇਹ ਕੰਪਿਊਟਰ ਦੁਆਰਾ ਕੀਤਾ ਜਾਣ ਵਾਲਾ ਮੁੱਖ ਕਾਰਜ ਹੁੰਦਾ ਹੈ। ਪ੍ਰੋਸੈਸਿੰਗ ਦੌਰਾਨ ਬਹੁਤ ਸਾਰੇ ਗਣਿਤਿਕ ਅਤੇ ਤਾਰਕਿਕ ਕੰਮ ਹੁੰਦੇ ਹਨ। ਇਹ ਕੰਮ ਕੰਪਿਊਟਰ ਵਿੱਚ ਲੱਗੇ ਮਾਈਕਰੋ ਪ੍ਰੋਸੈਸਰ ਦੁਆਰਾ ਕੀਤਾ ਜਾਂਦਾ ਹੈ। ਸੋ ਪ੍ਰੋਸੈਸਿੰਗ ਸਾਈਕਲ ਦਾ ਇਹ ਕੰਮ ਸੈਂਟਰਲ ਪ੍ਰੋਸੈਸਿੰਗ ਯੂਨਿਟ CPU ਦੁਆਰਾ ਕੀਤਾ ਜਾਂਦਾ ਹੈ। ਸੋ ਅੱਗੇ ਹੁਣ ਅਸੀਂ ਤੀਸਰੇ ਭਾਗ ਬਾਰੇ ਪੜ੍ਹਾਂਗੇ, ਆਊਟਪੁੱਟ। ਸੋ ਕੰਪਿਊਟਰ ਵੱਲੋਂ ਪ੍ਰਾਪਤ ਪਰਿਣਾਮ ਨੂੰ ਆਊਟਪੁੱਟ ਜਾਂ ਨਤੀਜਾ ਕਿਹਾ ਜਾਂਦਾ ਹੈ। ਸੋ ਪ੍ਰੋਸੈਸਿੰਗ ਦੇ ਪੂਰਾ ਹੋ ਜਾਣ ਤੋਂ ਬਾਅਦ ਪੈਦਾ ਹੋਇਆ ਨਤੀਜਾ ਆਊਟਪੁੱਟ ਯੂਨਿਟ ਦੁਆਰਾ ਯੂਜ਼ਰ ਨੂੰ ਦਿੱਤਾ ਜਾਂਦਾ ਹੈ। ਸੋ ਆਊਟਪੁੱਟ ਯੂਨਿਟ ਸਾਡੇ ਕੋਲ ਕੀ ਹੋਏਗਾ, ਮੋਨੀਟਰ ਜਾਂ ਪ੍ਰਿੰਟਰ। ਸੋ ਕੰਪਿਊਟਰ ਸਿਸਟਮ ਦਾ ਇਹ ਭਾਗ ਇਨਪੁੱਟ ਯੂਨਿਟ ਤੋਂ ਉਲਟਾ ਕੰਮ ਕਰਦਾ ਹੈ। ਆਊਟਪੁੱਟ ਮੰਤਵ ਲਈ ਵਰਤੇ ਜਾਣ ਵਾਲੇ ਉਪਕਰਨ ਨਤੀਜੇ ਨੂੰ ਬਿਜਲੀ ਦੇ ਸਿਗਨਲ ਤੋਂ ਮਨੁੱਖ ਦੁਆਰਾ ਸਮਝੀ ਜਾ ਸਕਣ ਵਾਲੀ ਕਿਸਮ ਵਿੱਚ ਤਬਦੀਲ ਕਰਦੇ ਹਨ। ਸੋ ਅੱਗੇ ਹੁਣ ਅਸੀਂ ਪੜ੍ਹਾਂਗੇ ਕੰਪਿਊਟਰ ਦਾ ਬਲਾਕ ਚਿੱਤਰ। ਸੋ ਕੰਪਿਊਟਰ ਦੇ ਬਲਾਕ ਚਿੱਤਰ ਤੋਂ ਭਾਵ ਹੈ ਕਿ ਕੰਪਿਊਟਰ ਦੇ ਸਾਰੇ ਭਾਗਾਂ ਦੇ ਆਪਸੀ ਸੰਬੰਧਾਂ ਦੀ ਬਣਤਰ। ਸੋ ਅਸੀਂ ਇਸ ਬਣਤਰ ਨੂੰ ਗ੍ਰਾਫਿਕਸ ਪੇਸ਼ਕਾਰੀ ਦੇ ਰੂਪ, ਜਿਵੇਂ ਕਿ ਤੁਸੀਂ ਚਿੱਤਰ ਦੇਖ ਪਾ ਰਹੇ ਹੋ ਸਕਰੀਨ ਤੇ, ਇਸ ਰੂਪ ਵਿੱਚ ਵੇਖ ਸਕਦੇ ਹਾਂ। ਸੋ ਕੰਪਿਊਟਰ ਦੇ ਬਲਾਕ ਚਿੱਤਰ ਦੇ ਸਾਡੇ ਕੋਲ ਮੇਨ 3 ਭਾਗ ਨੇ। ਪਹਿਲਾ ਭਾਗ ਹੈ ਇਨਪੁੱਟ ਯੂਨਿਟ, ਦੂਸਰਾ ਹੈ CPU, ਤੀਸਰਾ ਹੈ ਆਊਟਪੁੱਟ ਯੂਨਿਟ। ਸੋ ਜਿਵੇਂ ਕਿ ਅਸੀਂ ਹੁਣੇ ਇਸ ਪਾਰਟ ਦੇ ਪਿੱਛੇ ਇਨਪੁੱਟ ਯੂਨਿਟ ਅਤੇ ਆਊਟਪੁੱਟ ਯੂਨਿਟ ਬਾਰੇ ਪੜ੍ਹ ਚੁੱਕੇ ਹਾਂ। ਸੋ ਕੰਪਿਊਟਰ ਦੇ ਬਲਾਕ ਚਿੱਤਰ ਵਿੱਚ ਹੁਣ ਅੱਗੇ ਅਸੀਂ ਸੈਂਟਰਲ ਪ੍ਰੋਸੈਸਿੰਗ ਯੂਨਿਟ ਦੇ ਭਾਗਾਂ ਬਾਰੇ ਜਾਣਾਂਗੇ। ਸੋ ਸੈਂਟਰਲ ਪ੍ਰੋਸੈਸਿੰਗ ਯੂਨਿਟ ਨੂੰ ਆਮ ਤੌਰ 'ਤੇ 3 ਭਾਗਾਂ ਵਿੱਚ ਵੰਡਿਆ ਜਾਂਦਾ ਹੈ, ਜਿਸ ਵਿੱਚ ਪਹਿਲਾ ਹੈ ਮੈਮਰੀ ਯੂਨਿਟ, ਦੂਸਰਾ ਹੈ ਕੰਟਰੋਲ ਯੂਨਿਟ, ਤੀਸਰਾ ਹੈ ਅਰਥਮੈਟਿਕ ਲੌਜਿਕ ਯੂਨਿਟ। ਸਭ ਤੋਂ ਪਹਿਲਾਂ ਅਸੀਂ ਜਾਣਾਂਗੇ ਮੈਮਰੀ ਯੂਨਿਟ ਬਾਰੇ। ਸੋ ਮੈਮਰੀ ਯੂਨਿਟ ਕੰਪਿਊਟਰ ਸਿਸਟਮ ਦਾ ਉਹ ਭਾਗ ਹੈ ਜਿੱਥੇ ਪ੍ਰੋਸੈਸਿੰਗ ਲਈ ਡਾਟਾ ਅਤੇ ਹਦਾਇਤਾਂ ਨੂੰ ਰੱਖਿਆ ਜਾਂਦਾ ਹੈ, ਭਾਵੇਂ ਕਿ ਇਹ CPU ਦੇ ਨਾਲ ਬਹੁਤ ਨਜ਼ਦੀਕੀ ਸੰਬੰਧ ਰੱਖਦਾ ਹੈ, ਪਰ ਅਸਲ ਵਿੱਚ ਇਹ ਉਸ ਤੋਂ ਵੱਖਰਾ ਹੁੰਦਾ ਹੈ। ਸੋ ਮੈਮਰੀ ਬਹੁਤ ਕਿਸਮਾਂ ਦੀਆਂ ਹੁੰਦੀਆਂ ਹਨ। ਹਰੇਕ ਕਿਸਮ ਦੀ ਮੈਮਰੀ ਇੱਕ ਵੱਖਰਾ ਕੰਮ ਕਰਦੀ ਹੈ। ਉਹਨਾਂ ਦਾ ਆਕਾਰ, ਸਟੋਰੇਜ ਸਮਰੱਥਾ, ਕੰਮ ਕਰਨ ਦਾ ਤਰੀਕਾ ਅਤੇ ਰਫ਼ਤਾਰ ਵੱਖ-ਵੱਖ ਹੁੰਦੀਆਂ ਹਨ। ਤਾਂ ਦੂਸਰਾ ਸਾਡੇ ਕੋਲ CPU ਦਾ ਭਾਗ ਹੈ ਕੰਟਰੋਲ ਯੂਨਿਟ। ਸੋ ਕੰਟਰੋਲ ਯੂਨਿਟ ਨੂੰ ਨਿਯੰਤਰਣ ਪ੍ਰਣਾਲੀ ਜਾਂ ਕੇਂਦਰੀ ਕੰਟਰੋਲਰ ਜਾਂ ਕੰਪਿਊਟਰ ਦਾ ਦਿਮਾਗ ਵੀ ਕਿਹਾ ਜਾਂਦਾ ਹੈ। ਇਹ ਕੰਪਿਊਟਰ ਸਿਸਟਮ ਦੇ ਵੱਖਰੇ-ਵੱਖਰੇ ਉਪਕਰਨਾਂ ਨੂੰ ਦਿਸ਼ਾ ਨਿਰਦੇਸ਼ ਦਿੰਦਾ ਹੈ, ਜਿਵੇਂ ਕਿ ਇਨਪੁੱਟ ਪ੍ਰਾਪਤ ਕਰਨਾ, ਪ੍ਰੋਸੈਸਿੰਗ ਲਈ ਡਾਟਾ ਨੂੰ ਸਟੋਰ ਕਰਨ ਦੀ ਹਦਾਇਤ ਦੇਣਾ ਅਤੇ ਨਤੀਜੇ ਪੈਦਾ ਕਰਨੇ ਆਦਿ। ਇਹ ਕਿਸੇ ਪ੍ਰੋਗਰਾਮ ਵਿੱਚ ਹਦਾਇਤਾਂ ਨੂੰ ਇੱਕ-ਇੱਕ ਕਰਕੇ ਪੜ੍ਹਦਾ ਹੈ, ਉਸ ਦਾ ਅਨੁਵਾਦ ਕਰਦਾ ਹੈ ਅਤੇ ਇੱਕ ਲੜੀ ਅਨੁਸਾਰ ਕੰਪਿਊਟਰ ਸਿਸਟਮ ਦੇ ਦੂਜੇ ਭਾਗਾਂ ਨੂੰ ਕੰਟਰੋਲ ਕਰਦਾ ਹੈ। ਇਸ ਤੋਂ ਇਲਾਵਾ ਇਸ ਦੇ ਕੰਮ ਹੇਠ ਲਿਖੇ ਅਨੁਸਾਰ ਹਨ। ਸਭ ਤੋਂ ਪਹਿਲਾਂ ਹਦਾਇਤਾਂ ਲਈ ਕੋਡ ਨੂੰ ਪੜ੍ਹਨਾ, ਦਿੱਤੇ ਗਏ ਕੋਡ ਨੂੰ ਹਦਾਇਤਾਂ ਦੇਣ ਲਈ ਅਨੁਵਾਦ ਕਰਨਾ, ਅਤੇ ਤੀਸਰਾ ਹੈ ਅਰਥਮੈਟਿਕ ਲੌਜੀਕਲ ਯੂਨਿਟ ਨੂੰ ਜ਼ਰੂਰੀ ਡਾਟਾ ਮੁਹੱਈਆ ਕਰਵਾਉਣਾ। ਹੁਣ ਅੱਗੇ ਅਸੀਂ ਪੜ੍ਹਾਂਗੇ ਤੀਸਰਾ CPU ਦਾ ਭਾਗ ਅਰਥਮੈਟਿਕ ਲੌਜਿਕ ਯੂਨਿਟ। ਸੋ ਇਹ ਯੂਨਿਟ ਅੰਕ ਗਣਿਤ ਅਤੇ ਲੌਜੀਕਲ ਕੰਮ ਕਰਦਾ ਹੈ। ਅਰਥਮੈਟਿਕਲ ਲੌਜੀਕਲ ਯੂਨਿਟ ਨੂੰ ਕੰਪਿਊਟਰ ਸਿਸਟਮ ਦੇ ਸੈਂਟਰਲ ਪ੍ਰੋਸੈਸਿੰਗ ਯੂਨਿਟ ਦਾ ਬਿਲਡਿੰਗ ਬਲਾਕ ਵੀ ਕਿਹਾ ਜਾਂਦਾ ਹੈ, ਕਿਉਂਕਿ ਇਸ ਬਲਾਕ ਵਿੱਚ ਹਦਾਇਤਾਂ ਦਾ ਪਾਲਣ ਹੁੰਦਾ ਹੈ। ਸੋ ਡਿਜੀਟਲ ਕੰਪਿਊਟਰ ਵਿੱਚ ਬਹੁਤ ਸਾਰੇ ਕੰਮ ਤਰਕ ਦੇ ਆਧਾਰ 'ਤੇ ਕੀਤੇ ਜਾਂਦੇ ਹਨ ਅਤੇ ਪ੍ਰੋਸੈਸ ਕਰਨ ਲਈ ਬਹੁਤ ਸਾਰੀਆਂ ਗਣਨਾਵਾਂ ਨਾਲ ਸੰਬੰਧਿਤ ਹੁੰਦੇ ਹਨ। ਸੋ ਅਰਥਮੈਟਿਕ ਲੌਜਿਕ ਯੂਨਿਟ ਹੇਠਾਂ ਲਿਖੇ ਕੰਮ ਕਰਦਾ ਹੈ, ਜਿਸ ਵਿੱਚ ਪਹਿਲਾ ਹੈ ਪੂਰਨ ਅੰਕ ਅਰਥਮੈਟਿਕ ਫੰਕਸ਼ਨ, ਜਿਵੇਂ ਕਿ ਜੋੜ, ਘਟਾਓ, ਗੁਣਾ, ਭਾਗ ਆਦਿ। ਦੂਸਰਾ ਹੈ
ਬਿਟ ਵਾਈਜ਼ ਲੌਜੀਕਲ ਫੰਕਸ਼ਨ ਤੋਂ ਘੱਟ ਤੋਂ ਵੱਧ ਜਾਂ ਬਰਾਬਰ ਆਦਿ। ਸੋ ਕੰਪਿਊਟਰ ਸਿਸਟਮ ਦਾ ਇਹ ਭਾਗ ਮਾਈਕਰੋ ਪ੍ਰੋਸੈਸਰ ਦੇ ਅੰਦਰ ਹੀ ਬਣਿਆ ਹੁੰਦਾ ਹੈ। ਸੋ ਅੱਗੇ ਹੁਣ ਅਸੀਂ ਪੜ੍ਹਾਂਗੇ ਕੰਪਿਊਟਰ ਮੈਮਰੀ ਦੀਆਂ ਕਿਸਮਾਂ। ਸੋ ਕੰਪਿਊਟਰ ਮੈਮਰੀ ਨੂੰ ਕੰਪਿਊਟਰ ਸਿਸਟਮ ਦੇ ਅੰਦਰ ਦੋ ਕਿਸਮ ਦੀਆਂ ਮੈਮਰੀਜ਼ ਹੁੰਦੀਆਂ ਹਨ। ਤੇ ਕੰਪਿਊਟਰ ਮੈਮਰੀ ਕੀ ਹੁੰਦੀ ਹੈ? ਕੰਪਿਊਟਰ ਦੀ ਯਾਦਾਸ਼ਤ, ਜਿਸ ਵਿੱਚ ਅਸੀਂ ਕੁਝ ਵੀ ਡਾਟਾ ਨੂੰ ਸਟੋਰ ਕਰਕੇ ਭਵਿੱਖ ਲਈ ਸੇਵ ਕਰਕੇ ਰੱਖ ਸਕਦੇ ਹਾਂ। ਸੋ ਕੰਪਿਊਟਰ ਸਿਸਟਮ ਦੇ ਅੰਦਰ ਦੋ ਕਿਸਮ ਦੀਆਂ ਮੈਮਰੀਜ਼ ਹੁੰਦੀਆਂ ਨੇ। ਪਹਿਲੀ ਸਾਡੇ ਕੋਲ ਹੈ ਪ੍ਰਾਇਮਰੀ ਮੈਮਰੀ ਅਤੇ ਦੂਸਰੀ ਸਾਡੇ ਕੋਲ ਹੈ ਸੈਕੰਡਰੀ ਮੈਮਰੀ। ਤਾਂ ਪਹਿਲਾਂ ਅਸੀਂ ਜਾਣਾਂਗੇ ਪ੍ਰਾਇਮਰੀ ਮੈਮਰੀ ਬਾਰੇ। ਪ੍ਰਾਇਮਰੀ ਮੈਮਰੀ ਨੂੰ ਮੁੱਖ ਮੈਮਰੀ ਵੀ ਕਿਹਾ ਜਾਂਦਾ ਹੈ। ਇੱਕ ਕੰਟਰੋਲ ਯੂਨਿਟ ਦੇ ਮਾਈਕਰੋ ਪ੍ਰੋਸੈਸਰ ਦੁਆਰਾ ਸਿੱਧੇ ਰੂਪ ਵਿੱਚ ਪਹੁੰਚ ਕੀਤੀ ਜਾਣ ਵਾਲੀ ਮੈਮਰੀ ਹੁੰਦੀ ਹੈ। ਸਾਰੀਆਂ ਹਦਾਇਤਾਂ ਅਤੇ ਡਾਟਾ ਪ੍ਰੋਸੈਸ ਹੋਣ ਤੋਂ ਪਹਿਲਾਂ ਪ੍ਰਾਇਮਰੀ ਮੈਮਰੀ ਵਿੱਚ ਮੌਜੂਦ ਹੋਣਾ ਲਾਜ਼ਮੀ ਹੁੰਦਾ ਹੈ। ਇਹ ਦੋ ਤਰ੍ਹਾਂ ਦੀ ਹੁੰਦੀ ਹੈ, ਜਿਵੇਂ ਕਿ ਤੁਸੀਂ ਚਿੱਤਰ ਵਿੱਚ ਦੇਖ ਪਾ ਰਹੇ ਹੋ, ਰੈਮ ਅਤੇ ਦੂਸਰਾ ਹੈ ਰੋਮ। ਤਾਂ ਸਭ ਤੋਂ ਪਹਿਲਾਂ ਅਸੀਂ ਰੈਮ ਬਾਰੇ ਜਾਣਾਂਗੇ। ਰੈਮ ਦਾ ਪੂਰਾ ਨਾਮ ਰੈਂਡਮ ਐਕਸੈਸ ਮੈਮਰੀ ਹੁੰਦਾ ਹੈ। ਰੈਮ ਦੀ ਵਰਤੋਂ ਕੰਪਿਊਟਰ ਰਾਹੀਂ ਡਾਟਾ ਨੂੰ ਆਰਜੀ ਤੌਰ 'ਤੇ ਸਟੋਰ ਕਰਨ ਲਈ ਕੀਤੀ ਜਾਂਦੀ ਹੈ। ਕੰਪਿਊਟਰ ਸਿਸਟਮ ਨੂੰ ਸਵਿਚ ਆਫ ਕਰਨ ਜਾਂ ਅਚਾਨਕ ਬਿਜਲੀ ਦੇ ਬੰਦ ਹੋਣ ਦੀ ਹਾਲਤ ਵਿੱਚ ਰੈਮ ਵਿੱਚ ਪਿਆ ਸਾਰਾ ਡਾਟਾ ਨਸ਼ਟ ਹੋ ਜਾਂਦਾ ਹੈ। ਇਸ ਲਈ ਇਸ ਨੂੰ ਵੋਲਾਟਾਈਲ ਮੈਮਰੀ ਵੀ ਕਹਿੰਦੇ ਹਨ। ਪ੍ਰੋਸੈਸਿੰਗ ਦੌਰਾਨ ਸਾਰੀਆਂ ਹਦਾਇਤਾਂ ਅਤੇ ਡਾਟਾ ਇਸੇ ਮੈਮਰੀ ਵਿੱਚ ਹੀ ਲੋਡ ਹੁੰਦਾ ਹੈ। ਸੋ ਅੱਗੇ ਸਾਡੇ ਕੋਲ ਦੂਸਰੀ ਕਿਸਮ ਹੈ ਪ੍ਰਾਇਮਰੀ ਮੈਮਰੀ ਦੀ, ਰੋਮ। ਸੋ ਰੋਮ ਦਾ ਪੂਰਾ ਨਾਮ ਰੀਡ ਓਨਲੀ ਮੈਮਰੀ ਹੈ। ਰੋਮ ਕੰਪਿਊਟਰ ਸਿਸਟਮ ਵਿੱਚ ਲੱਗੇ ਮਦਰਬੋਰਡ 'ਤੇ ਪੱਕੇ ਤੌਰ 'ਤੇ ਲੱਗੀ ਹੁੰਦੀ ਹੈ, ਜਿਵੇਂ ਕਿ ਤੁਸੀਂ ਸੱਜੇ ਚਿੱਤਰ ਵਿੱਚ ਦੇਖ ਪਾ ਰਹੇ ਹੋ। ਇੱਕ ਮਾਈਕਰੋ ਪ੍ਰੋਸੈਸਰ ਚਿੱਪ ਦੇ ਉੱਪਰ ਹੀ ਰੀਡ ਓਨਲੀ ਮੈਮਰੀ ਪਹਿਲਾਂ ਤੋਂ ਹੀ ਫਿੱਟ ਕੀਤੀ ਗਈ ਹੁੰਦੀ ਹੈ। ਕੇਵਲ ਪੜ੍ਹੀ ਜਾਣ ਵਾਲੀ ਮੈਮਰੀ ਹੋਣ ਕਰਕੇ ਇਸ ਵਿੱਚ ਸਟੋਰ ਡਾਟਾ ਕਦੇ ਵੀ ਬਦਲਿਆ ਨਹੀਂ ਜਾ ਸਕਦਾ। ਰੋਮ ਵਿੱਚ ਉਹ ਸਾਰੀਆਂ ਹਦਾਇਤਾਂ ਅਤੇ ਸੂਚਨਾ ਸਟੋਰ ਹੁੰਦੀ ਹੈ ਜੋ ਇੱਕ ਕੰਪਿਊਟਰ ਨੂੰ ਸ਼ੁਰੂ ਹੋਣ ਲਈ ਜ਼ਰੂਰੀ ਹੁੰਦੀ ਹੈ। ਸੋ ਕੰਪਿਊਟਰ ਸਿਸਟਮ ਦੇ ਸਵਿਚ ਆਫ ਜਾਂ ਅਚਾਨਕ ਬਿਜਲੀ ਦੇ ਬੰਦ ਹੋਣ ਦੀ ਹਾਲਤ ਵਿੱਚ ਰੋਮ ਵਿੱਚ ਪਿਆ ਸਾਰਾ ਡਾਟਾ ਕਦੇ ਵੀ ਨਸ਼ਟ ਨਹੀਂ ਹੁੰਦਾ। ਸੋ ਅੱਗੇ ਹੁਣ ਅਸੀਂ ਜਾਣਾਂਗੇ ਸੈਕੰਡਰੀ ਮੈਮਰੀ ਬਾਰੇ। ਸੈਕੰਡਰੀ ਮੈਮਰੀ ਨੂੰ ਸਹਾਇਕ ਮੈਮਰੀ ਜਾਂ ਐਗਜ਼ੀਲਰੀ ਮੈਮਰੀ ਵੀ ਕਿਹਾ ਜਾਂਦਾ ਹੈ। ਇਸ ਵਿੱਚ ਉਹ ਸਾਰਾ ਡਾਟਾ ਸਟੋਰ ਹੁੰਦਾ ਹੈ ਜੋ ਮੌਜੂਦਾ ਸਮੇਂ ਵਿੱਚ ਕੰਪਿਊਟਰ ਦੀ ਮੁੱਢਲੀ ਸਟੋਰੇਜ ਜਾਂ ਮੇਨ ਮੈਮਰੀ ਵਿੱਚ ਨਹੀਂ ਹੁੰਦਾ। ਇਹ ਕੰਪਿਊਟਰ ਸਿਸਟਮ ਦੀ ਅਜਿਹੀ ਮੈਮਰੀ ਹੈ ਜਿਸ ਨਾਲ CPU ਦਾ ਸਿੱਧਾ ਸੰਪਰਕ ਨਹੀਂ ਹੁੰਦਾ। ਇਸ ਦੀ ਵਰਤੋਂ ਡਾਟਾ ਨੂੰ ਲੰਮੇ ਸਮੇਂ ਲਈ ਸਟੋਰ ਕਰਨ ਲਈ ਹੁੰਦੀ ਹੈ ਅਤੇ ਬਿਜਲੀ ਜਾਣ 'ਤੇ ਵੀ ਇਸ ਵਿੱਚ ਸਟੋਰ ਕੀਤਾ ਡਾਟਾ ਨਸ਼ਟ ਨਹੀਂ ਹੁੰਦਾ। ਇਸ ਨੂੰ ਨੌਨ ਵੋਲਾਟਾਈਲ ਮੈਮਰੀ ਵੀ ਕਿਹਾ ਜਾਂਦਾ ਹੈ, ਕਿਉਂਕਿ ਜੇਕਰ ਬਿਜਲੀ ਚਲੀ ਵੀ ਜਾਂਦੀ ਹੈ ਤਾਂ ਇਸ ਮੈਮਰੀ ਵਿੱਚ ਪਿਆ ਡਾਟਾ ਕਦੇ ਵੀ ਨਸ਼ਟ ਨਹੀਂ ਹੁੰਦਾ। ਅੱਗੇ ਸਾਡੇ ਕੋਲ ਇਹ ਬਹੁਤ ਜ਼ਿਆਦਾ ਮਹਿੰਗੀ ਨਹੀਂ ਹੁੰਦੀ। ਇਸ ਦੀ ਸਟੋਰੇਜ ਸਮਰੱਥਾ ਜ਼ਿਆਦਾ ਹੁੰਦੀ ਹੈ। ਇਹ ਆਸਾਨੀ ਨਾਲ ਇੱਕ ਥਾਂ ਤੋਂ ਦੂਜੀ ਥਾਂ ਤੱਕ ਲਿਜਾਈ ਜਾ ਸਕਦੀ ਹੈ। ਜਿਵੇਂ ਕਿ ਚਿੱਤਰ ਵਿੱਚ ਦੇਖ ਪਾ ਰਹੇ ਹੋ, ਸਭ ਤੋਂ ਪਹਿਲਾਂ ਸਾਡੇ ਕੋਲ ਹੈ ਫਲੋਪੀ ਡਿਸਕ, ਫਿਰ ਮੈਮਰੀ ਕਾਰਡ, ਥੱਲੇ ਉਸਦੇ ਹੇਠਾਂ ਫਲੋਪੀ ਡਿਸਕ ਹੇਠਾਂ ਹੈ ਪੈਨ ਡਰਾਈਵ, ਪੈਨ ਡਰਾਈਵ ਦੇ ਨਾਲ ਹੈ CD DVD, DVD ਦੇ ਹੇਠਾਂ ਐਕਸਟਰਨਲ ਹਾਰਡ ਡਿਸਕ ਅਤੇ ਇੰਟਰਨਲ ਹਾਰਡ ਡਿਸਕ ਦਰਸਾਈਆਂ ਗਈਆਂ ਹਨ। ਤੇ ਇਹ ਸਾਰੀਆਂ ਸੈਕੰਡਰੀ ਮੈਮਰੀ ਦੀਆਂ ਉਦਾਹਰਨਾਂ ਹਨ। ਹੁਣ ਅੱਗੇ ਅਸੀਂ ਕੰਪਿਊਟਰ ਦੀਆਂ ਕਿਸਮਾਂ ਬਾਰੇ ਪੜ੍ਹਾਂਗੇ। ਸੋ ਕੰਪਿਊਟਰ ਨੂੰ ਰਫ਼ਤਾਰ, ਮੈਮਰੀ, ਪ੍ਰੋਸੈਸਿੰਗ ਦੀ ਸਮਰੱਥਾ ਅਤੇ ਸਟੋਰੇਜ ਕਪੈਸਿਟੀ ਦੇ ਆਧਾਰ 'ਤੇ ਕਈ ਕਿਸਮਾਂ ਵਿੱਚ ਵੰਡ ਸਕਦੇ ਹਾਂ। ਇਸ ਅਨੁਸਾਰ ਕੰਪਿਊਟਰ ਨੂੰ 4 ਕਿਸਮਾਂ ਵਿੱਚ ਵੰਡਿਆ ਜਾਂਦਾ ਹੈ। ਸੋ ਜਿਸ ਵਿੱਚ ਸਾਡੇ ਕੋਲ ਪਹਿਲੀ ਕਿਸਮ ਹੈ ਮਾਈਕਰੋ ਕੰਪਿਊਟਰ, ਦੂਸਰੀ ਹੈ ਮਿਨੀ ਕੰਪਿਊਟਰ, ਤੀਸਰਾ ਹੈ ਮੇਨ ਫਰੇਮ ਕੰਪਿਊਟਰ ਅਤੇ ਚੌਥਾ ਹੈ ਸੁਪਰ ਕੰਪਿਊਟਰ। ਸਭ ਤੋਂ ਪਹਿਲਾਂ ਸਾਡੇ ਕੋਲ ਹੈ ਮਾਈਕਰੋ ਕੰਪਿਊਟਰ। ਸੋ ਜਿਵੇਂ ਕਿ ਤੁਸੀਂ ਚਿੱਤਰ ਵਿੱਚ ਦੇਖ ਪਾ ਰਹੇ ਹੋ, ਸਾਲ 1970 ਵਿੱਚ ਤਕਨੀਕੀ ਖੇਤਰ ਵਿੱਚ ਇੰਟਲ ਕੰਪਨੀ ਵੱਲੋਂ ਮਾਈਕਰੋ ਪ੍ਰੋਸੈਸਰ ਦੀ ਖੋਜ ਕੀਤੀ, ਜਿਸ ਨਾਲ ਕੰਪਿਊਟਰ ਪ੍ਰਣਾਲੀ ਕਾਫੀ ਸਸਤੀ ਹੋ ਗਈ। ਇਹ ਕੰਪਿਊਟਰ ਇੰਨੇ ਛੋਟੇ ਹੁੰਦੇ ਸੀ ਕਿ ਇਹਨਾਂ ਨੂੰ ਡੈਸਕ 'ਤੇ ਜਾਂ ਮੇਜ਼ 'ਤੇ
ਆਸਾਨੀ ਨਾਲ ਰੱਖਿਆ ਜਾ ਸਕਦਾ ਸੀ। ਇਹਨਾਂ ਨੂੰ ਕੰਪਿਊਟਰ ਔਨ ਏ ਚਿਪ ਵੀ ਕਿਹਾ ਜਾਂਦਾ ਹੈ। ਇਹ ਕੰਪਿਊਟਰ ਲਗਭਗ 1 ਲੱਖ ਤੱਕ ਗਣਨਾਵਾਂ ਪ੍ਰਤੀ ਸੈਕਿੰਡ ਕਰਦੇ ਹਨ। ਇਹਨਾਂ ਕੰਪਿਊਟਰਾਂ ਦੀ ਵਰਤੋਂ ਛੋਟੇ ਦਫ਼ਤਰਾਂ, ਸਕੂਲਾਂ, ਛੋਟੇ ਵਪਾਰਾਂ ਅਤੇ ਹੋਰ ਕੰਮਕਾਰ ਦੇ ਖੇਤਰਾਂ ਵਿੱਚ ਕੀਤੀ ਜਾਂਦੀ ਹੈ। ਅੱਗੇ ਸਾਡੇ ਕੋਲ ਮਾਈਕਰੋ ਕੰਪਿਊਟਰ ਦੀਆਂ ਕਿਸਮਾਂ। ਤਾਂ ਮਾਈਕਰੋ ਕੰਪਿਊਟਰ ਦੀਆਂ ਸਾਡੇ ਕੋਲ 4 ਕਿਸਮਾਂ ਨੇ, ਜਿਵੇਂ ਕਿ ਚਿੱਤਰ ਵਿੱਚ ਦੇਖ ਪਾ ਰਹੇ ਹੋ, ਲੈਪਟਾਪ, ਪਾਮ ਟਾਪ, ਟੈਬਲੇਟ ਅਤੇ ਨੋਟਬੁੱਕ। ਸੋ ਇਹ ਮਾਈਕਰੋ ਕੰਪਿਊਟਰ ਦੀਆਂ ਇਹਨਾਂ ਕਿਸਮਾਂ ਬਾਰੇ ਜੇਕਰ ਤੁਸੀਂ ਜਾਣਨਾ ਚਾਹੁੰਦੇ ਹੋ ਤਾਂ ਤੁਸੀਂ ਇਸੇ ਪਾਰਟ 1 ਦੇ ਵਿੱਚ ਤੁਸੀਂ ਇਹਨਾਂ ਸਾਰੇ ਟੌਪਿਕ ਬਾਰੇ ਜਾਣ ਸਕਦੇ ਹੋ। ਸੋ ਇਸ ਵੀਡੀਓ ਦਾ ਜਿਹੜਾ ਲਿੰਕ ਹੈ ਉਹ ਨੋਟੀਫਿਕੇਸ਼ਨ ਦਿੱਤਾ ਗਿਆ ਹੈ। ਸੋ ਜਿਹੜੇ ਵਿਦਿਆਰਥੀਆਂ ਨੇ ਪਹਿਲਾ ਪਾਰਟ ਜਿਹੜਾ ਉਹ ਹਜੇ ਤੱਕ ਨਹੀਂ ਦੇਖਿਆ ਤਾਂ ਉਹ ਇਸ ਨੋਟੀਫਿਕੇਸ਼ਨ ਦੇ ਹੇਠਾਂ ਪਾਰਟ ਨੰਬਰ 1 ਦੇ ਲਿੰਕ 'ਤੇ ਕਲਿੱਕ ਕਰਕੇ ਇਹਨਾਂ ਬਾਰੇ ਜਾਣ ਸਕਦੇ ਹਨ। ਅੱਗੇ ਸਾਡੇ ਕੋਲ ਦੂਸਰਾ ਭਾਗ, ਕੰਪਿਊਟਰ ਦੀ ਕਿਸਮ ਦਾ ਦੂਸਰਾ ਭਾਗ ਹੈ ਮਿਨੀ ਕੰਪਿਊਟਰ। ਸੋ ਮੀਡੀਅਮ ਸਾਈਜ਼ ਦੇ ਇਹਨਾਂ ਕੰਪਿਊਟਰਾਂ ਦੀ ਕੰਮ ਕਰਨ ਦੀ ਸਮਰੱਥਾ, ਗੁਣ ਅਤੇ ਕੀਮਤ ਮਾਈਕਰੋ ਕੰਪਿਊਟਰ ਦੇ ਮੁਕਾਬਲੇ ਜ਼ਿਆਦਾ ਹੁੰਦੀ ਹੈ। ਇਸ ਤਰ੍ਹਾਂ ਦੇ ਕੰਪਿਊਟਰ ਉਹਨਾਂ ਖੇਤਰਾਂ ਵਿੱਚ ਵਰਤੇ ਜਾਂਦੇ ਹਨ ਜਿੱਥੇ ਇੱਕ ਤੋਂ ਜ਼ਿਆਦਾ ਵਿਅਕਤੀ ਇਕੱਠੇ ਕੰਮ ਕਰ ਸਕਣ। ਇਹਨਾਂ ਦੀ ਵਰਤੋਂ ਛੋਟੀ ਕੰਪਨੀਆਂ ਵਿੱਚ ਕੀਤੀ ਜਾਂਦੀ ਹੈ। ਸੋ ਮਿਨੀ ਕੰਪਿਊਟਰ ਛੋਟੇ ਜਾਂ ਦਰਮਿਆਨੇ ਪੱਧਰ ਦੇ ਸਰਵਰਾਂ ਦੇ ਤੌਰ 'ਤੇ ਵਰਤੇ ਜਾਂਦੇ ਹਨ। ਇਸ ਕਿਸਮ ਦੇ ਕੰਪਿਊਟਰ ਵੱਡੇ ਵਪਾਰਾਂ, ਵੱਡੀਆਂ ਟੀਮਾਂ 'ਤੇ ਆਧਾਰਿਤ ਕੰਪਨੀਆਂ, ਸਾਇੰਸ ਨਾਲ ਸੰਬੰਧਿਤ ਐਪਲੀਕੇਸ਼ਨਾਂ ਵਿੱਚ ਵਰਤੇ ਜਾਂਦੇ ਹਨ। ਸੋ ਮਿਨੀ ਕੰਪਿਊਟਰ ਦੀ ਜਿਹੜੀ ਸਪੀਡ ਹੈ ਉਹ 10 ਤੋਂ 30 ਮੈਗਾ ਇੰਸਟਰਕਸ਼ਨ ਪਰ ਸੈਕਿੰਡ ਹੁੰਦੀ ਹੈ। ਅੱਗੇ ਸਾਡੇ ਕੋਲ ਕੰਪਿਊਟਰ ਦੀ ਤੀਸਰੀ ਕਿਸਮ ਹੈ ਮੇਨ ਫਰੇਮ ਕੰਪਿਊਟਰ। ਸੋ ਸਾਈਜ਼ ਵਿੱਚ ਵੱਡੇ ਇਹਨਾਂ ਕੰਪਿਊਟਰਾਂ ਦੀ ਕੰਮ ਕਰਨ ਦੀ ਸਮਰੱਥਾ ਅਤੇ ਕੀਮਤ ਮਿਨੀ ਅਤੇ ਮਾਈਕਰੋ ਕੰਪਿਊਟਰ ਨਾਲੋਂ ਵੱਧ ਹੁੰਦੀ ਹੈ। ਮੇਨ ਫਰੇਮ ਕੰਪਿਊਟਰ ਵਧੇਰੇ ਮਾਤਰਾ ਵਿੱਚ ਡਾਟਾ ਨੂੰ ਤੇਜ਼ ਰਫ਼ਤਾਰ ਨਾਲ ਪ੍ਰਬੰਧ ਕਰਨ ਅਤੇ ਪ੍ਰੋਸੈਸ ਕਰਨ ਦੇ ਯੋਗ ਹੁੰਦੇ ਹਨ। ਵੱਡੀ ਕੰਪਨੀਆਂ, ਬੈਂਕ ਅਤੇ ਸਰਕਾਰੀ ਵਿਭਾਗਾਂ ਵਿੱਚ ਕੇਂਦਰੀ ਕੰਪਿਊਟਰ ਦੇ ਰੂਪ ਵਿੱਚ ਇਹਨਾਂ ਕੰਪਿਊਟਰਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਹਨਾਂ ਕੰਪਿਊਟਰਾਂ ਦੀ ਵਰਤੋਂ ਲੈਣ ਦੇਣ ਦੀ ਡਿਟੇਲ ਰੱਖਣ, ਕਰਮਚਾਰੀਆਂ ਦੀ ਸੈਲਰੀ ਡਿਟੇਲ ਬਣਾਉਣ, ਗਾਹਕਾਂ ਵੱਲੋਂ ਖਰੀਦੀ ਗਈ ਚੀਜ਼ਾਂ ਦੀ ਡਿਟੇਲ ਰੱਖਣ ਲਈ ਕੀਤੀ ਜਾਂਦੀ ਹੈ। ਅੱਗੇ ਸਾਡੇ ਕੋਲ ਚੌਥਾ ਹੈ ਸੁਪਰ ਕੰਪਿਊਟਰ। ਸੋ ਸੁਪਰ ਕੰਪਿਊਟਰ ਸਭ ਤੋਂ ਤੇਜ਼ ਸਪੀਡ, ਭੰਡਾਰਨ ਸਮਰੱਥਾ ਅਤੇ ਉੱਚ ਦਰਜੇ ਦੇ ਕੰਪਿਊਟਰ ਹੁੰਦੇ ਹਨ। ਇਹਨਾਂ ਕੰਪਿਊਟਰਾਂ ਦੀ ਪ੍ਰੋਸੈਸਿੰਗ ਸਮਰੱਥਾ ਅਤੇ ਰਫ਼ਤਾਰ ਬਹੁਤ ਤੇਜ਼ ਹੁੰਦੀ ਹੈ। ਸੋ ਸੁਪਰ ਕੰਪਿਊਟਰ ਦੀ ਵਰਤੋਂ ਮੌਸਮ ਬਾਰੇ ਭਵਿੱਖਬਾਣੀ ਕਰਨ, ਐਨੀਮੇਸ਼ਨ ਬਣਾਉਣ, ਅੰਤਰਿਕਸ਼ ਯਾਤਰੀਆਂ ਨੂੰ ਅੰਤਰਿਕਸ਼ 'ਚ ਭੇਜਣ, ਵੱਡੇ ਵਿਗਿਆਨਿਕ ਅਤੇ ਸ਼ੋਧ ਪ੍ਰਯੋਗਸ਼ਾਲਾ ਵਿੱਚ ਸ਼ੋਧ ਅਤੇ ਖੋਜ ਕਰਨ ਲਈ ਵਰਤੇ ਜਾਂਦੇ ਹਨ। ਸੁਪਰ ਕੰਪਿਊਟਰ ਬਹੁਤ ਹੀ ਸ਼ਕਤੀਸ਼ਾਲੀ ਅਤੇ ਮਹਿੰਗੇ ਹੁੰਦੇ ਹਨ। ਭਾਰਤ ਕੋਲ ਆਪਣੇ ਪਰਮ ਅਤੇ ਪਰਮ 10,000 ਨਾਂ ਦੇ ਆਪਣੇ ਸੁਪਰ ਕੰਪਿਊਟਰ ਹਨ। ਅੱਗੇ ਹੁਣ ਅਸੀਂ ਇਸ ਪਾਰਟ ਦਾ ਜਿਹੜਾ ਅਭਿਆਸ ਹੈ ਉਹ ਕਵਰ ਕਰਾਂਗੇ, ਜਿਸ ਵਿੱਚ ਸਾਡੇ ਕੋਲ ਪਹਿਲਾਂ ਹੈ ਖਾਲੀ ਥਾਵਾਂ ਭਰੋ। ਪਹਿਲੀ ਖਾਲੀ ਥਾਂ ਹੈ ਸਾਡੇ ਕੋਲ ਕੰਪਿਊਟਰ ਸਿਸਟਮ ਦਾ ਕਿਹੜਾ ਭਾਗ ਯੂਜ਼ਰ ਤੋਂ ਇਨਪੁਟ ਪ੍ਰਾਪਤ ਕਰਦਾ ਹੈ। ਸਾਡੇ ਕੋਲ ਦੇ ਆਪਸ਼ਨ ਹੈ ਇਨਪੁਟ ਯੂਨਿਟ, ਆਊਟਪੁੱਟ ਯੂਨਿਟ, ਕੰਟਰੋਲ ਯੂਨਿਟ ਜਾਂ ਇਹਨਾਂ ਵਿੱਚੋਂ ਕੋਈ ਨਹੀਂ। ਸਾਡੇ ਕੋਲ ਸਹੀ ਉੱਤਰ ਹੈ ਕੰਪਿਊਟਰ ਸਿਸਟਮ ਦਾ ਇਨਪੁਟ ਯੂਨਿਟ ਭਾਗ ਯੂਜ਼ਰ ਤੋਂ ਇਨਪੁਟ ਪ੍ਰਾਪਤ ਕਰਦਾ ਹੈ। ਸੋ ਅੱਗੇ ਸਾਡੇ ਕੋਲ ਹੈ ਦੂਸਰਾ ਖਾਲੀ ਥਾਂ ਹੈ ਇਹਨਾਂ ਵਿੱਚੋਂ CPU ਦਾ ਭਾਗ ਕਿਹੜਾ ਹੈ। ਤਾਂ ਸਾਡੇ ਕੋਲ ਇਸ ਦੇ ਆਪਸ਼ਨ ਹੈ ਕੰਟਰੋਲ ਯੂਨਿਟ, ਮੈਮਰੀ ਯੂਨਿਟ, ALU ਜਾਂ ਉਪਰੋਕਤ ਸਾਰੇ। ਤਾਂ ਸਾਡੇ ਕੋਲ ਇਸ ਦਾ ਸਹੀ ਉੱਤਰ ਹੈ ਕੰਟਰੋਲ ਯੂਨਿਟ, ਮੈਮਰੀ ਯੂਨਿਟ ਅਤੇ ALU CPU ਦੇ ਭਾਗ ਹਨ। ਤੀਸਰੀ ਸਾਡੇ ਕੋਲ ਪ੍ਰਸ਼ਨ ਹੈ ਕੰਪਿਊਟਰ ਸਿਸਟਮ ਵਿੱਚ ਕਿਹੜੀ ਮੈਮਰੀ ਪੱਕੇ ਤੌਰ 'ਤੇ ਡਾਟਾ ਸਟੋਰ ਕਰਦੀ ਹੈ। ਤਾਂ ਸਾਡੇ ਕੋਲ ਇਹਦੇ ਆਪਸ਼ਨ ਹੈ ਪ੍ਰਾਇਮਰੀ ਮੈਮਰੀ, RAM, ਸੈਕੰਡਰੀ ਮੈਮਰੀ ਜਾਂ ਉਪਰੋਕਤ ਸਾਰੇ। ਤਾਂ ਸਾਡੇ ਕੋਲ ਇਸ ਦਾ ਸਹੀ ਉੱਤਰ ਹੈ ਕੰਪਿਊਟਰ ਮੈਮਰੀ ਵਿੱਚ ਸੈਕੰਡਰੀ ਮੈਮਰੀ ਪੱਕੇ ਤੌਰ 'ਤੇ ਡਾਟਾ ਸਟੋਰ ਕਰਦੀ ਹੈ। ਅੱਗੇ ਸਾਡੇ ਕੋਲ ਚੌਥਾ ਪ੍ਰਸ਼ਨ ਹੈ ਸਭ ਤੋਂ ਜ਼ਿਆਦਾ ਸ਼ਕਤੀਸ਼ਾਲੀ ਕੰਪਿਊਟਰ ਦੀ ਕਿਸਮ ਕਿਹੜੀ ਹੈ। ਤਾਂ ਸਾਡੇ ਕੋਲ ਇਹਦੇ ਆਪਸ਼ਨ ਹੈ ਮੇਨ ਫਰੇਮ ਕੰਪਿਊਟਰ, ਮਿਨੀ ਕੰਪਿਊਟਰ, ਮਾਈਕਰੋ ਕੰਪਿਊਟਰ ਜਾਂ ਸੁਪਰ ਕੰਪਿਊਟਰ। ਤਾਂ ਸਾਡੇ ਕੋਲ ਇਹਦਾ ਸਹੀ ਉੱਤਰ ਹੈ ਸਭ ਤੋਂ ਜ਼ਿਆਦਾ ਸ਼ਕਤੀਸ਼ਾਲੀ ਕੰਪਿਊਟਰ ਦੀ ਕਿਸਮ ਸੁਪਰ ਕੰਪਿਊਟਰ ਹੈ। ਅੱਗੇ ਸਾਡੇ ਕੋਲ ਪੰਜਵਾਂ ਪ੍ਰਸ਼ਨ ਹੈ
ਕੰਪਿਊਟਰ ਸਿਸਟਮ ਦਾ ਕਿਹੜਾ ਭਾਗ ਨਤੀਜੇ ਨੂੰ ਆਊਟਪੁੱਟ ਦੇ ਤੌਰ ਤੇ ਯੂਜ਼ਰ ਨੂੰ ਦਿੰਦਾ ਹੈ? ਸਾਡੇ ਕੋਲ ਇਸਦੇ ਆਪਸ਼ਨ ਨੇ ਮੈਮਰੀ, ਇਨਪੁਟ ਯੂਨਿਟ, ਕੰਟਰੋਲ ਯੂਨਿਟ ਜਾਂ ਆਊਟਪੁੱਟ ਯੂਨਿਟ। ਸਾਡੇ ਕੋਲ ਸਹੀ ਉੱਤਰ ਹੈ ਕੰਪਿਊਟਰ ਸਿਸਟਮ ਦਾ ਆਊਟਪੁੱਟ ਯੂਨਿਟ ਭਾਗ ਨਤੀਜੇ ਨੂੰ ਆਊਟਪੁੱਟ ਦੇ ਤੌਰ ਤੇ ਯੂਜ਼ਰ ਨੂੰ ਦਿੰਦਾ ਹੈ। ਸੋ ਅੱਗੇ ਸਾਡੇ ਕੋਲ ਹੈ ਪੂਰੇ ਨਾਮ ਲਿਖੋ, ਜਿਸ ਵਿੱਚ ਸਾਡੇ ਕੋਲ ਪਹਿਲਾ ਹੈ ALU। ਤੇ ALU ਦਾ ਪੂਰਾ ਨਾਮ ਹੈ ਅਰਥਮੈਟਿਕ ਲੌਜਿਕ ਯੂਨਿਟ। दूसरा CPU का पूरा नाम है सेंट्रल प्रोसेसिंग यूनिट। तीसरा है LCD का नाम है लिक्विड क्रिस्टल डिस्प्ले। चौथा है रैम का पूरा नाम है रैंडम एक्सेस मेमोरी। पंजवा है रोम का पूरा नाम है रीड ओनली मेमोरी। छेवां है CU का पूरा नाम होता कंट्रोल यूनिट। सतवां MU का पूरा नाम होता मेमोरी यूनिट। तो लास्ट साडे कोल IPU का पूरा नाम होता वा इनिशियल पब्लिक ऑफरिंग। उस तो बाद साडे कोल छोटे उत्तर वाले प्रश्न, जिस में साडे कोल पहला प्रश्न है CPU के भागां दे नाम लिखो। सो कंप्यूटर सिस्टम के सेंट्रल प्रोसैसिंग यूनिट भाग नूं 3 भागां विच वंडिया जाता है, जिस में साडे कोल पहला है मैमरी यूनिट, दूसरा कंट्रोल यूनिट, तीसरा है अर्थमैटिक अते लॉजिक यूनिट। दूसरा प्रश्न है कंप्यूटर मैमरी दीयां किहड़ियां किस्मां हुंदियां हन? सो कंप्यूटर मैमरी दीयां साडे कोल 2 किस्मां हुंदियां हन, जिस विच पहली है प्राइमरी मैमरी और दूसरी है सैकेंडरी मैमरी। तीसरा प्रश्न है सैकेंडरी स्टोरेज उपकरण की होंदे हन? तो सैकेंडरी स्टोरेज उपकरण विच वो सारा डाटा स्टोर होंदा है जो मौजूदा समय विच कंप्यूटर की मुढ़ली स्टोरेज या मेन मैमरी विच नहीं होंदा। ये कंप्यूटर सिस्टम की अजिही मैमरी है जिस नाल CPU का सीधा संपर्क नहीं होंदा। इसकी वरतों डाटा नूं लंबे समय लई स्टोर करन लई हुंदा है अते बिजली जाण ते भी इस विच स्टोर किया डाटा कदे भी नष्ट नहीं होंदा। इस करके इसनूं वोलाटाइल मैमरी भी कहा जाता है। ये बहुत ज़्यादा महंगी नहीं होंदी, इसकी स्टोरेज समर्था ज़्यादा होंदी है। ये आसानी नाल एक थां तो दूजी थां तक लिजाई जा सकती है। अगे साडे कोल चौथा प्रश्न है ALU का की काम हुंदा है? सो ये यूनिट अंक गणित अते लॉजिकल काम करता है। ALU नूं कंप्यूटर सिस्टम के सेंट्रल प्रोसैसिंग यूनिट का बिल्डिंग ब्लॉक भी कहा जाता है, क्योंकि इस ब्लॉक में हदायतों का पालन होता है। सो ALU का पूरा नाम है अर्थमैटिक अते लॉजिक यूनिट। डिजिटल कंप्यूटर में बहुत सारे काम तर्क के आधार पर किए जाते हैं अते प्रोसैस करने लई बहुत सारिया गणनावां नाल संबंधित होंदे हैं। सो कंप्यूटर सिस्टम का यह भाग माइक्रो प्रोसैसर के अंदर ही बनया होंदा है। सो पंजवां प्रश्न है माइक्रो कंप्यूटर की है? सो माइक्रो कंप्यूटर इन्ने छोटे होंदे सी कि इन्हां नूं डैस्क ते आसानी नाल रखिया जा सकदा सी। इन्हां नूं कंप्यूटर ऑन चिप भी कहा जाता है। ये कंप्यूटर लगभग 1 लाख तक गणनावां प्रति सैकेंड करते हैं। इन्हां कंप्यूटरां दी वरतों छोटे दफ्तरां, स्कूलों, छोटे व्यापारां ते होर कामकाज के खेतरां विच कीती जांदी है। उस तो बाद साडे कोल 6वां प्रश्न है कंप्यूटर दीयां वख-वख किस्मां किहड़ियां हन? सो कंप्यूटर नूं रफ्तार, मैमरी, प्रोसैसिंग समर्था और स्टोरेज समर्था के आधार पर इस दीयां 4 किस्मां विच वंडिया जाता है। पहली साडे कोल है माइक्रो कंप्यूटर, दूसरा मिनी कंप्यूटर, तीसरा मेन फ्रेम कंप्यूटर और चौथा है सुपर कंप्यूटर। सो अगे साडे कोल है वड्डे उत्तर वाले प्रश्न, जिस में साडे कोल पहला प्रश्न है कंप्यूटर के ब्लॉक चित्र तो तुहाडा की भाव है? इसके भागां की व्याख्या करो। सो कंप्यूटर के ब्लॉक चित्र तो भाव है कंप्यूटर के सारे भागां के आपसी संबंधां की बनतर। सो असीं इस बनतर नूं ग्राफिकल पेशकारी के रूप में देख सकते हैं, जिवें कि चित्र देख पा रहे हो। तो इसके मेन 3 भाग होंदे हन इनपुट यूनिट, CPU अते आउटपुट यूनिट। तो इस विच अगे असीं सेंट्रल प्रोसैसिंग यूनिट के भागां बारे जाणांगे, जिस विच पहला है मैमरी यूनिट। सो मैमरी यूनिट कंप्यूटर सिस्टम का वह भाग है जिथे प्रोसैसिंग लई डाटा अते हदायतां नूं रखिया जाता है। भावें कि यह CPU के नाल बहुत नज़दीकी संबंध रखता है, पर असल विच ये उस तो वखरा हुंदा है। मैमरीज बहुत किस्मां दीयां हुंदियां हन। हरेक किस्म की मैमरी एक वखरा काम करती है। उन्हां दा आकार, स्टोरेज समर्था, काम करन दा तरीका अते रफ्तार वख-वख हुंदियां हन। दूसरा CPU का भाग है कंट्रोल यूनिट। कंट्रोल यूनिट नूं नियंत्रण प्रणाली, केंद्री कंट्रोलर या कंप्यूटर का दिमाग भी कहा जाता है। ये कंप्यूटर सिस्टम के वक्रे वक्रे उपकरणों नूं दिशा निर्देश दिंदा है, जिवें कि इनपुट प्राप्त करना, प्रोसैसिंग लई डाटा नूं स्टोर करने की हदायत देना अते नतीजे पैदा करना। ये किसी प्रोग्राम विच हदायतां नूं एक एक करके पढ़ता है, उसका अनुवाद करता है अते एक लड़ी अनुसार
ਕੰਪਿਊਟਰ ਸਿਸਟਮ ਦੇ ਦੂਜੇ ਭਾਗਾਂ ਨੂੰ ਕੰਟਰੋਲ ਕਰਦਾ ਹੈ। ਅੱਗੇ ਤੀਸਰਾ ਭਾਗ ਹੈ ਅਰਥਮੈਟਿਕ ਅਤੇ ਲੌਜਿਕ ਯੂਨਿਟ। ਇਹ ਯੂਨਿਟ ਅੰਕ ਗਣਿਤ ਅਤੇ ਲੌਜੀਕਲ ਕੰਮ ਕਰਦਾ ਹੈ। ਸੋ ALU ਨੂੰ ਕੰਪਿਊਟਰ ਸਿਸਟਮ ਦੇ ਸੈਂਟਰਲ ਪ੍ਰੋਸੈਸਿੰਗ ਯੂਨਿਟ ਦਾ ਬਿਲਡਿੰਗ ਬਲਾਕ ਵੀ ਕਿਹਾ ਜਾਂਦਾ ਹੈ, ਕਿਉਂਕਿ ਇਸ ਬਲਾਕ ਵਿੱਚ ਹਦਾਇਤਾਂ ਦਾ ਪਾਲਣ ਹੁੰਦਾ ਹੈ। ਡਿਜੀਟਲ ਕੰਪਿਊਟਰ ਵਿੱਚ ਬਹੁਤ ਸਾਰੇ ਕੰਮ ਤਰਕ ਦੇ ਆਧਾਰ ਤੇ ਕੀਤੇ ਜਾਂਦੇ ਹਨ ਅਤੇ ਪ੍ਰੋਸੈਸ ਕਰਨ ਲਈ ਬਹੁਤ ਸਾਰੀਆਂ ਗਣਨਾਵਾਂ ਨਾਲ ਸੰਬੰਧਿਤ ਹੁੰਦੇ ਹਨ। ਸੋ ਅੱਗੇ ਸਾਡੇ ਕੋਲ ਦੂਸਰਾ ਪ੍ਰਸ਼ਨ ਹੈ, ਕੰਪਿਊਟਰ ਕਿਵੇਂ ਕੰਮ ਕਰਦਾ ਹੈ, ਇਸ ਦੇ ਭਾਗਾਂ ਦੀ ਵਿਆਖਿਆ ਕਰੋ। ਸੋ ਕੰਪਿਊਟਰ ਵਿੱਚ ਪ੍ਰੋਸੈਸਿੰਗ ਕਰਨ ਦਾ ਕ੍ਰਮ ਕੰਪਿਊਟਰ ਦਾ ਪ੍ਰੋਸੈਸਿੰਗ ਚੱਕਰ ਰਖਵਾਉਂਦਾ ਹੈ। ਸੋ ਕੰਪਿਊਟਰ ਪ੍ਰੋਸੈਸਿੰਗ ਨੂੰ 3 ਵੱਖ-ਵੱਖ ਭਾਗਾਂ ਵਿੱਚ ਦਰਸਾ ਸਕਦੇ ਹਾਂ, ਜਿਸ ਵਿੱਚ ਸਾਡੇ ਕੋਲ ਪਹਿਲਾ ਹੈ ਇਨਪੁਟ, ਦੂਸਰਾ ਪ੍ਰੋਸੈਸ ਅਤੇ ਤੀਸਰਾ ਹੈ ਆਊਟਪੁੱਟ। ਪਹਿਲਾਂ ਅਸੀਂ ਇਨਪੁੱਟ ਬਾਰੇ ਜਾਣਾਂਗੇ। ਇਨਪੁੱਟ ਕੰਪਿਊਟਰ ਦੇ ਪ੍ਰੋਸੈਸਿੰਗ ਚੱਕਰ ਦਾ ਇਹ ਭਾਗ ਡਾਟਾ ਅਤੇ ਹਦਾਇਤਾਂ ਨੂੰ ਕੰਪਿਊਟਰ ਦੁਆਰਾ ਪ੍ਰਾਪਤ ਕਰਨ ਨਾਲ ਸੰਬੰਧਿਤ ਹੁੰਦਾ ਹੈ। ਕੰਪਿਊਟਰ ਸਿਸਟਮ ਵਿੱਚ ਬਹੁਤ ਸਾਰੀਆਂ ਹਦਾਇਤਾਂ ਬਿਜਲੀ ਸਿਗਨਲ ਦੇ ਰੂਪ ਵਿੱਚ ਹੀ ਪ੍ਰੋਸੈਸ ਹੁੰਦੀਆਂ ਹਨ। ਇਸ ਤਰ੍ਹਾਂ ਦੀ ਤਬਦੀਲੀ ਇਨਪੁੱਟ ਉਪਕਰਨਾਂ ਰਾਹੀਂ ਕੀਤੀ ਜਾਂਦੀ ਹੈ। ਦੂਸਰਾ ਭਾਗ ਹੈ ਪ੍ਰੋਸੈਸਿੰਗ। ਇਨਪੁੱਟ ਕੀਤੀਆਂ ਗਈਆਂ ਹਦਾਇਤਾਂ ਨੂੰ ਦਿੱਤੇ ਗਏ ਡਾਟਾ ਉੱਪਰ ਲਾਗੂ ਕਰਨ ਨੂੰ ਪ੍ਰੋਸੈਸਿੰਗ ਕਿਹਾ ਜਾਂਦਾ ਹੈ। ਇਹ ਕੰਪਿਊਟਰ ਰਾਹੀਂ ਕੀਤਾ ਜਾਣ ਵਾਲਾ ਮੁੱਖ ਕਾਰਜ ਹੁੰਦਾ ਹੈ। ਪ੍ਰੋਸੈਸਿੰਗ ਦੌਰਾਨ ਬਹੁਤ ਸਾਰੇ ਗਣਿਤਿਕ ਅਤੇ ਤਾਰਕਿਕ ਕੰਮ ਹੁੰਦੇ ਹਨ। ਇਹ ਕੰਮ ਕੰਪਿਊਟਰ ਵਿੱਚ ਲੱਗੇ ਮਾਈਕਰੋ ਪ੍ਰੋਸੈਸਰ ਰਾਹੀਂ ਕੀਤਾ ਜਾਂਦਾ ਹੈ। ਤੀਸਰਾ ਸਾਡੇ ਕੋਲ ਭਾਗ ਹੈ ਆਊਟਪੁੱਟ। ਪ੍ਰੋਸੈਸਿੰਗ ਦੇ ਪੂਰਾ ਹੋ ਜਾਣ ਤੋਂ ਬਾਅਦ ਪੈਦਾ ਹੋਇਆ ਨਤੀਜਾ ਆਊਟਪੁੱਟ ਯੂਨਿਟ ਰਾਹੀਂ ਯੂਜ਼ਰ ਨੂੰ ਦਿੱਤਾ ਜਾਂਦਾ ਹੈ। ਆਊਟਪੁੱਟ ਮੰਤਵ ਲਈ ਵਰਤੇ ਜਾਣ ਵਾਲੇ ਉਪਕਰਨ ਨਤੀਜੇ ਨੂੰ ਬਿਜਲੀ ਦੇ ਸਿਗਨਲ ਤੋਂ ਮਨੁੱਖ ਰਾਹੀਂ ਸਮਝੀ ਜਾ ਸਕਣ ਵਾਲੀ ਕਿਸਮ ਵਿੱਚ ਤਬਦੀਲ ਕਰਦੇ ਹਨ। ਸੋ ਵਿਦਿਆਰਥੀਓ, ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਚੈਨਲ ਨੂੰ ਲਾਈਕ, ਸਬਸਕ੍ਰਾਈਬ ਅਤੇ ਸ਼ੇਅਰ ਕਰਨਾ ਨਾ ਭੁੱਲਿਓ, ਤਾਂ ਕਿ ਤੁਹਾਨੂੰ ਇਸੇ ਤਰ੍ਹਾਂ ਨਾਲ ਬਾਕੀ ਵੀ ਪਾਠਾਂ ਦੀ ਜਿਹੜੀ ਵੀਡੀਓਜ਼ ਹੈ ਉਹ ਪ੍ਰਾਪਤ ਹੁੰਦੀ ਰਹੇ। ਧੰਨਵਾਦ।